ਜਿਹੜਾ ਕਿਸਾਨ ਆ ਉਹਨਾਂ ਦੇ ਹੱਥਾਂ 'ਚੋਂ ਕੱਢ ਕੇ ਕਾਰਡ ਦੇ ਹਵਾਲੇ ਕਰਨਾ, ਉਸੇ ਦਿਸ਼ਾ ਦੇ ਵਿੱਚ ਦੇਸ਼ ਦੀ ਮੋਦੀ ਸਰਕਾਰ ਜਿਹੜੀ ਅੱਗੇ ਵਧ ਰਹੀ ਆ। ਜਿਹੜੇ ਕਾਨੂੰਨ ਤੁਸੀਂ ਲੈ ਕੇ ਆਏ ਹੋ, ਇਹ ਕਿਸਾਨਾਂ ਦੀ ਬਰਬਾਦੀ ਆ, ਕਿਸਾਨਾਂ ਦੇ ਮੌਤ ਦੇ ਵਾਰੰਟ ਨੇ। 100% ਜ਼ਮੀਨਾਂ ਨੂੰ ਜਿਹੜਾ ਜ਼ਮੀਨਾਂ ਤੋਂ ਕਿਸਾਨ ਨੂੰ ਲਾਂਭੇ ਹੋਣਾ ਪੈਣਾ। किसान जिसनूं अन्नदाता कहा जाता है अज सड़कों ते है, क्योंकि 3 ऑर्डीनेंस बिल जिहड़े ने केंद्र सरकार वालों जारी किए गए ने, उन्हां दे विरोध दे विच लगातार किसान जिहड़े ने ट्रैक दे उत्ते बैठे हुए ने। रेलवे ट्रैक जिहड़ा उन्हां वालों रोकिया गया है, जेल भरो अंदोलन चलाया गया सी, रेल रोको अंदोलन चलाया गया, तां गिरफ्तारियां देण दी भी गल कीती गई सी। लेकिन असीं तुहानूं तस्वीर जिहड़ी इक दिखा रहे हां, अमृतसर दे देवीदासपुरे दी तस्वीर तुसीं देख सकदे हो कि किसान जिहड़ा है जिसनूं अन्नदाता कहा जाता है, अज किस तरीके दे उसदे हालात ने। तां जिथे आम जनता जिहड़ी है घरां दे विच एसीआं थल्ले सुत्ती हुई है, तां दूसरे पासे एक विलखण तस्वीर तुहानूं दिखा रहे हैं जिथे किसान जिहड़े ने रेलवे ट्रैक दे उत्ते सो रहे ने, कुछ जाग रहे ने। तां असीं तुहानूं एक वो तस्वीर दिखा रहे हाँ जिहड़ी कि ग्राउंड लैवल की तस्वीर है। लगातार किसान जथेबंदियां मोर्चे ते डटियां हुईयां ने। इस करके डटियां हुई ने क्योंकि केंद्र सरकार दे वल्लों 3 जिहड़े ऑर्डीनेंस बिल जारी किए गए ने, किते ना किते वो बिल जिहड़े ने किसान मारू बिल ने, तां उस नूं रद्द करवाउण दे लई इह संघर्ष जिहड़ा विंढिया गया है, वो किसानां वल्लों विंढिया गया है। तां मीटिंग जरूर रखी गई सी, लेकिन मीटिंग दे विच कुछ नतीजा नहीं निकलिया गया। तां जिस तो बाद ये तस्वीर तुसीं देख सकते हो कि सर्दी का मौसम जिहड़ा है हुण स्टार्ट हो चुका है। रातां जिहड़ियां ने ठंडियां होणियां शुरू हो गईयां ने, लेकिन किसान अजे भी सड़कों ते है, रेलवे ट्रैक ते है। तां किसान जिहड़े ने साडे नाल मौजूद ने। सर, सब तो पहला सवाल कि केंद्र सरकार दे वल्लों बुलाया गया सी किसानां नूं मीटिंग दे लई, लेकिन कोई भी नतीजा नहीं निकलिया। की समझदे हो कि किस जिहड़े केंद्र सरकार है असमर्थ है? असल दे विच केंद्र दी जो मोदी सरकार आ बिल्कुल सिंसीयर नहीं हैगी। असल दे विच सारा कुछ देश दा वेच चुके आ। जिहड़ियां 5 वड्डे एयरपोर्ट लीज ते देते, उस तों गां 309 ਜਿਹੜੀਆਂ ਸਾਡੀਆਂ ਕੋਲਾ ਖਾਣਾ ਸੀਗੀਆਂ ਉਹਨਾਂ 74% ਹਿੱਸਾ ਉਹ ਲੀਜ਼ ਤੇ ਦਿੱਤਾ ਜੀ। ਪ੍ਰਾਈਵੇਟ ਕੰਪਨੀ ਦੀ ਹਿੱਸੇਦਾਰੀ ਆਪਣੀ ਤੇ ਬਣਾਤਾ। ਇਸ ਤੋਂ ਗਾਂ LIC 51% ਸ਼ੇਅਰ ਉਹਦੇ ਵੇਚ ਤੇ ਜਨਤਕ ਖੇਤਰ ਦੀ ਕੰਪਨੀ 30,000 ਕਰੋੜ ਰੁਪਈਆ ਸਰਕਾਰ ਨੂੰ ਸਾਲਾਨਾ ਦਿੰਦੀ ਸੀ। ਇਸ ਤੋਂ ਗਾਂ ਤੇਲ ਕੰਪਨੀਆਂ ਵੇਚਦੀਆਂ। ਔਰ ਹੁਣ ਜੇ ਰਹਿ ਗਿਆ ਖੇਤੀਬਾੜੀ ਸੈਕਟਰ ਰਹਿ ਗਿਆ, ਜਿਹੜਾ ਦੇਸ਼ ਦੀ ਬਾਂਹ ਫੜਿਆ। ਘੱਟੋ ਘੱਟ 16% ਹਿੱਸਾ ਜਿਹੜਾ ਵਾ ਆਪਣੇ GDP ਦੇ ਵਿੱਚ ਐਗਰੀਕਲਚਰ ਸੈਕਟਰ ਦਾ ਵਾ। ਔਰ ਉਹਨੂੰ ਬਰਬਾਦ ਕਰਨ ਦੇ ਵਾਸਤੇ ਕੇਂਦਰ ਦੀ ਮੋਦੀ ਸਰਕਾਰ ਨੇ 3 ਆਰਡੀਨੈਂਸ ਲਿਆਂਦੇ ਸੀਗੇ ਜੋ ਕਾਨੂੰਨ ਦਾ ਰੂਪ ਧਾਰ ਚੁੱਕੇ ਆ। ਔਰ ਆਹ ਜਿਹੜੀ ਜ਼ਮੀਨ ਆ ਸਾਡੀ ਖੇਤੀ ਮੰਡੀ ਜਿਹੜੀ ਆ ਪ੍ਰਾਈਵੇਟ ਹੱਥਾਂ ਦੇਣ ਦੇ ਵਾਸਤੇ ਇਹ 3 ਸੋਧ ਬਿੱਲ ਲਿਆਂਦੇ ਆ। ਔਰ ਜਿੱਥੇ ਸਾਡੀ ਮੰਡੀ ਤੇ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਕਰਾਉਣਾ, ਉੱਥੇ ਨਾਲ ਹੀ ਖੇਤੀ ਠੇਕਾ ਬਿੱਲ ਲਿਆਂਦਾ ਸਾਡੀਆਂ ਜ਼ਮੀਨਾਂ ਦੇ ਕਾਰਪੋਰੇਟ ਦੇ ਕਬਜ਼ੇ ਕਰਵਾਉਣ ਦੇ ਵਾਸਤੇ। ਔਰ ਕੇਵਲ ਤੇ ਖੇਤੀਬਾੜੀ ਸੈਕਟਰ ਜਿਹੜਾ ਵਾ ਉਹਨੂੰ ਕਾਰਪੋਰੇਟ ਦੇ ਹਵਾਲੇ ਕਰਨ ਦੇ ਵਾਸਤੇ ਕੇਂਦਰ ਦੀ ਮੋਦੀ ਸਰਕਾਰ ਅੱਗੇ ਵਧ ਰਹੀ ਆ। ਔਰ ਬਿਲਕੁਲ ਸੰਸੀਅਰ ਨਹੀਂ ਹੈਗੀ। ਔਰ ਦੇਸ਼ ਪੱਧਰ ਤੋਂ ਇਲਾਵਾ ਵਿਦੇਸ਼ ਪੱਧਰ ਦੇ ਉੱਤੇ ਜੋ ਸਾਨੂੰ ਜੋ ਨੀਤੀ ਪਾਲਿਸੀ ਉਹਨੂੰ ਸਮਝਣ ਦੀ ਲੋੜ ਆ, ਕਿਉਂਕਿ ਜੋ ਅਮਰੀਕਾ ਵਾ ਜਿਹੜਾ ਉੱਥੋਂ 2% ਪਾਪੂਲੇਸ਼ਨ ਜਿਹੜੀ ਆ ਉੱਥੋਂ ਦੀ ਖੇਤੀਬਾੜੀ ਕਰ ਰਹੀ ਆ। ਇਹੋ ਹਾਲ ਯੂਰਪੀਅਨ ਦੇਸ਼ਾਂ ਦਾ ਵਾ। 2% ਲੋਕ ਜਿਹੜੇ ਆ ਖੇਤੀਬਾੜੀ ਤੇ ਡਿਪੈਂਡ ਨੇ। ਔਰ ਲਗਾਤਾਰ 2 ਕਿਸਾਨ ਯੂਰਪ ਦੇ ਵਿੱਚ ਰੋਜ਼ਾਨਾ ਖੇਤੀ ਛੱਡ ਰਹੇ ਆ। ਔਰ ਸਾਨੂੰ ਨੀਤੀ ਨੂੰ ਸਮਝਣ ਦੀ ਲੋੜ ਆ ਕਿ ਖੇਤੀ ਨੂੰ ਖਤਮ ਕਰਨਾ ਵਾ, ਖੇਤੀਬਾੜੀ ਨੂੰ ਖਤਮ ਕਰਨਾ। ਖੇਤੀਬਾੜੀ ਨੂੰ ਜਿਹੜਾ ਕਿਸਾਨ ਆ ਉਹਨਾਂ ਦੇ ਹੱਥਾਂ 'ਚੋਂ ਕੱਢ ਕੇ ਕਾਰਡ ਦੇ ਹਵਾਲੇ ਕਰਨਾ, ਉਸੇ ਦਿਸ਼ਾ ਦੇ ਵਿੱਚ ਦੇਸ਼ ਦੀ ਮੋਦੀ ਸਰਕਾਰ ਜਿਹੜੀ ਅੱਗੇ ਵਧ ਰਹੀ ਆ। ਔਰ ਇਸੇ ਕਰਕੇ ਜਿਹੜਾ ਵਾ ਗੱਲਬਾਤ ਦੇ ਵਾਸਤੇ ਪਹਿਲਾਂ ਵੀ ਸੱਦਿਆ ਗਿਆ ਸੀਗਾ। ਔਰ ਸਾਡਾ ਜਿਹੜਾ ਸੀਗਾ ਅਸੀਂ ਸਪਸ਼ਟ ਕਿਹਾ ਸੀਗਾ ਸਰਕਾਰ ਮਾਹੌਲ ਤਿਆਰ ਕਰੇ ਗੱਲਬਾਤ ਦਾ, ਕਿਉਂ ਮਾਹੌਲ ਨਹੀਂ ਕ੍ਰੀਏਟ ਹੋ ਰਿਹਾ। ਔਰ ਦੁਬਾਰਾ ਫਿਰ ਗੱਲਬਾਤ ਦਾ ਸੱਦਾ ਆਇਆ ਸੀਗਾ। ਸਾਡੇ ਭਰਾਤਰੀ ਜਥੇਬੰਦੀਆਂ ਗੱਲਬਾਤ ਵਿੱਚ ਗਈਆਂ ਸੀਗੀਆਂ। ਔਰ ਉਹਦੇ ਵਿੱਚ ਸਾਡੇ ਜਥੇ ਦਾ ਸਟੈਂਡ ਸੀਗਾ ਕਿ ਸਰਕਾਰ ਜੋ ਗੱਲਬਾਤ ਦਾ ਮਾਹੌਲ ਤਿਆਰ ਕਰੇ। ਜੋ ਕੇਂਦਰ ਦੇ ਮੰਤਰੀ ਨੇ ਲਗਾਤਾਰ ਕਹਿ ਰਹੇ ਆ ਵੀ 1 ਵੀ ਇੰਚ ਜਿਹੜਾ ਵਾ ਇਹਨਾਂ ਆਰਡੀਨੈਂਸਾਂ ਦੇ ਜਿਹੜੇ ਕਾਨੂੰਨ ਬਣਿਆ ਪਿੱਛੇ ਨਹੀਂ ਹਟਿਆ ਜਾ ਸਕਦਾ। ਇਹ ਬਹੁਤ ਵੱਡੀ ਕ੍ਰਾਂਤੀ ਆ। ਔਰ ਹਿੰਦੁਸਤਾਨ ਦਾ ਜਿਹੜਾ ਕਿਸਾਨ ਆ ਉਹ ਮੁਕਤ ਕਰਤਾ। ਜੰਜੀਰਾਂ ਪਈਆਂ ਸੀਗੀਆਂ APMC ਕਾਨੂੰਨਾਂ ਦੇ ਤਹਿਤ, ਉਹਨਾਂ ਤੋਂ ਆਜ਼ਾਦ ਕਰਤਾ ਵਾ। ਔਰ ਆਉਣ ਵਾਲੇ ਸਮੇਂ ਦੇ ਕਿਸਾਨ ਦੀ ਕਹਿੰਦੇ ਆਮਦਨ ਦੁੱਗਣੀ ਹੋਣੀ। ਸਰਕਾਰ ਕਹਿ ਰਹੀ, ਅਸੀਂ ਨਹੀਂ ਕਹਿ ਰਹੇ। ਅਸੀਂ ਕਹਿ ਰਹੇ ਹਾਂ ਵੀ ਜਿਹੜੇ ਕਾਨੂੰਨ ਤੁਸੀਂ ਲੈ ਕੇ ਆਏ ਹੋ
ਇਹ ਕਿਸਾਨਾਂ ਦੀ ਬਰਬਾਦੀ ਹੈ, ਕਿਸਾਨਾਂ ਦੇ ਮੌਤ ਦੇ ਵਾਰੰਟ ਨੇ। ਤਾਂ ਦੱਸਿਆ ਜਾ ਰਿਹਾ ਕਿ ਉੱਥੇ ਜਿਹੜੇ ਮੰਤਰੀ ਵੱਡੇ ਲੈਵਲ ਦੇ ਮੰਤਰੀ ਨੇ ਉਹ ਮੌਜੂਦ ਨਹੀਂ ਸੀ, ਕੋਈ ਆਇਆ ਨਹੀਂ, ਨਾ ਤਾਂ ਪ੍ਰਧਾਨ ਮੰਤਰੀ ਸਾਹਿਬ ਆਪ ਆਏ ਨੇ ਤੇ ਨਾ ਹੀ ਰਾਜਨਾਥ ਸਾਹਿਬ ਆਏ ਨੇ। ਤਾਂ ਕੀ ਸਮਝਦੇ ਹੋ ਕਿ ਛੋਟੇ ਪੱਧਰ ਦੇ ਉੱਤੇ ਮੀਟਿੰਗ ਕੀਤੀ ਗਈ ਸੀ, ਇਹ ਕੋਝਾ ਮਜ਼ਾਕ ਕੀਤਾ ਗਿਆ? ਕਿਉਂਕਿ ਸੁਖਬੀਰ ਬਾਦਲ ਲਾਈਵ ਹੋ ਕੇ ਕਹਿ ਰਹੇ ਨੇ ਕਿ ਇਹ ਕਿਸਾਨਾਂ ਦੇ ਨਾਲ ਕੋਝਾ ਮਜ਼ਾਕ ਕੀਤਾ ਗਿਆ। ਬਿਲਕੁਲ ਜੀ, ਕਿਸਾਨਾਂ ਦੇ ਨਾਲ ਕੋਝਾ ਮਜ਼ਾਕ ਹੀ ਕੀਤਾ ਗਿਆ। ਔਰ ਜੇ ਭਰਾਤਰੀ ਜਥੇਬੰਦੀਆਂ ਨਾ ਜਾਣੀਆਂ ਕਿ ਮੈਸੇਜ ਜਾਣਾ ਕਿ ਪੰਜਾਬ ਦਾ ਕਿਸਾਨ ਗੱਲਬਾਤ ਤੋਂ ਭੱਜ ਰਿਹਾ ਵਾ ਔਰ ਮੋਦੀ ਦਾ ਦੋਹਰਾ ਚਿਹਰਾ ਨੰਗਾ ਹੋਇਆ ਵਾ। ਕਿਉਂਕਿ ਕਹਿ ਤਾਂ ਰਹੇ ਵੀ ਕਿਸਾਨ ਗੱਲਬਾਤ ਕਰਨ ਦੇ ਵਾਸਤੇ ਤਿਆਰ ਨੇ, ਗੱਲਬਾਤ ਕਰਨ ਦੇ ਵਾਸਤੇ ਗਏ, ਪਰ ਸਰਕਾਰ ਬਿਲਕੁਲ ਸਿੰਸੀਅਰ ਨਹੀਂ ਹੈਗੀ। ਔਰ ਖੇਤੀਬਾੜੀ ਦਾ ਜੋ ਆਪਣੇ ਸਕੱਤਰ ਆ ਉਹ ਗੱਲਬਾਤ ਕਰ ਰਿਹਾ, ਉਹ ਗਵਰਨਮੈਂਟ ਦਾ ਇੱਕ ਇੰਪਲਾਈ ਆ, ਗਵਰਨਮੈਂਟ ਦਾ ਹਿੱਸਾ ਵਾ ਉਹ। ਔਰ ਕੋਈ ਵੀ ਆਫਿਸਰ ਜਿਹੜਾ ਵਾ ਉਹ ਸਰਕਾਰ ਦੇ ਖਿਲਾਫ ਕੋਈ ਵੀ ਫੈਸਲਾ ਨਹੀਂ ਲੈ ਸਕਦਾ। ਸਾਡੀ ਮੰਗ ਸੀਗੀ ਕਿ ਇਹ ਜਿਹੜੀ ਗੱਲਬਾਤ ਆ ਸਵੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਗੱਲਬਾਤ ਕਰਨ, ਚਾਹੇ ਖੇਤੀਬਾੜੀ ਮੰਤਰੀ ਜੋ ਤੋਮਰ ਜੀ ਨੇ ਉਹ ਗੱਲਬਾਤ ਵਿੱਚ ਬਹਿਣ, ਪਰ ਦੋਵੇਂ ਜਿਹੜੇ ਆਪਣੇ ਨਾ ਪ੍ਰਧਾਨ ਮੰਤਰੀ ਜੀ ਬੈਠੇ ਨਾ ਤੋਮਰ ਜੀ ਬੈਠੇ ਆ, ਕੇਵਲ ਤੇ ਕੇਵਲ ਖੇਤੀਬਾੜੀ ਸੈਕਟਰੀ ਜਿਹੜਾ ਵਾ ਉਹ ਗੱਲਬਾਤ ਦਾ ਹਿੱਸਾ ਵਾ। ਔਰ ਕਿ ਸਮਝਦੇ ਉਹਨਾਂ ਦੇ ਬਹਿਣ ਦੇ ਨਾਲ ਇਹ ਸਾਰੀ ਪ੍ਰੋਬਲਮਸ ਦਾ ਜਿਹੜਾ ਹੱਲ ਹੋ ਸਕਦਾ ਸੀ? ਅਸਲ ਦੇ ਵਿੱਚ ਜੀ ਉਹ ਗੱਲਬਾਤ ਨਹੀਂ ਕਰਨਾ ਚਾਹੁੰਦੇ, ਹਿੰਦੁਸਤਾਨ ਦੇ ਕਿਸਾਨ ਨੂੰ ਸਮਝਾਉਣਾ ਚਾਹੁੰਦੇ ਜੋ ਕਹਿ ਰਹੇ ਆ ਵੀ ਕਾਨੂੰਨ ਤੁਹਾਡੇ ਹੱਕ ਦੇ ਵਿੱਚ ਨੇ, ਤੁਹਾਨੂੰ ਪਤਾ ਨਹੀਂ ਆ, ਤੁਸੀਂ ਬੇਸਮਝ ਜੇ। ਅਸੀਂ ਕਹਿਣਾ ਚਾਹੁੰਦੇ ਆਪ ਜੀ ਦੇ ਮਾਧਿਅਮ ਰਾਹੀਂ ਪੰਜਾਬ ਦਾ ਕਿਸਾਨ ਬਹੁਤ ਜਾਗਰੂਕ ਆ ਔਰ ਵੱਖ-ਵੱਖ ਮਾਹਰਾਂ ਨੇ ਜੋ ਆਡੀਟੋਰੀਅਮ ਆਏ ਉਹਨਾਂ ਪੜ੍ਹੇ ਆ ਔਰ ਲਗਾਤਾਰ ਉਹ ਜੋ ਪੰਜਾਬੀ ਤਰਜਮਾ ਕਰਵਾਇਆ ਔਰ ਜੋ ਆਰਡੀਨੈਂਸ ਆਏ ਸੀਗੇ ਸਾਰਾ ਕੱਲੀ ਮਾਦਾ ਪਤਾ ਵਾ ਕੀ ਹੈਗਾ ਔਰ ਕਿੱਥੋਂ ਸਾਡਾ ਜਿਹੜਾ ਵਿਰੋਧ ਆ। ਉਧਰ ਵੇਖੋ ਜੋ ਕਹਿ ਰਹੀ ਸਰਕਾਰ ਵੀ ਤੁਹਾਡੇ ਹੱਕ ਦੇ ਵਿੱਚ ਨੇ, ਸਾਡੇ ਜੋ ਅਸੀਂ ਆਪਣੇ ਕੋਈ APMC ਕਾਨੂੰਨ ਦੇ ਤਹਿਤ ਸਾਡਾ ਕੋਈ ਲਾ ਲਓ ਕਿਸੇ ਆਪਣੇ ਲਾ ਲਓ ਜੀ ਖਰੀਦਦਾਰ ਨਾਲ ਕੋਈ ਝਗੜਾ ਹੋ ਜਾਂਦਾ ਵਾ ਤੇ ਅਸੀਂ ਅਦਾਲਤ ਚਲੇ ਜਾਂਦੇ, ਉਹ ਵੀ ਸਾਡਾ ਹੱਕ ਖੋਇਆ ਇਹਦੇ ਤਹਿਤ। ਔਰ ਕੰਟੈਕਟ ਫਾਰਮਿੰਗ ਖੇਤੀਬਾੜੀ ਠੇਕਾ ਬਿੱਲ ਲੈ ਕੇ ਸਾਡੀ ਜ਼ਮੀਨਾਂ ਦੇ ਕਬਜ਼ੇ ਕਰਾਉਣ ਸਰਕਾਰ ਵੱਧ ਰਹੀ ਆ। ਬੇਹੱਦ ਘਾਤਕ ਨੇ, ਉਹ ਸਾਨੂੰ ਦੱਸਣਾ ਸਮਝਾਉਣ ਵਾਸਤੇ ਸਾਨੂੰ ਸੱਦਿਆ, ਗੱਲਬਾਤ ਕਰਨ ਵਾਸਤੇ ਥੋੜ੍ਹੀ ਸੱਦਿਆ ਸੀ ਉਹਨਾਂ। ਔਰ ਇਸੇ ਕਰਕੇ ਸਾਡੇ ਜਥੇਬੰਦੀਆਂ ਭਰਾਤਰੀ ਜਥੇਬੰਦੀਆਂ ਮੀਟਿੰਗ ਤੋੜ ਕੇ ਬਾਹਰ ਨਿਕਲ ਆਈਆਂ ਔਰ ਜੋ ਉਹਨਾਂ ਕਾਪੀਆਂ ਦਿੱਤੀਆਂ ਸੀ ਉਹ ਕਾਪੀਆਂ ਵੀ ਉਹਨਾਂ ਨੇ ਸਾੜੀਆਂ ਵਾ ਕਿ ਇਹ ਕੇਵਲ ਤੇ ਇੱਕ ਕਿਸਾਨਾਂ ਕੋਝਾ ਮਜ਼ਾਕ ਕੀਤਾ ਕੇਂਦਰ ਸਰਕਾਰ ਨੇ। ਬਿਲਕੁਲ ਸਿੰਸੀਅਰ ਨਹੀਂ, ਕਾਰਪੋਰੇਟ ਪੱਖੀ ਜੋ ਨੀਤੀਆਂ ਪਾਲਿਸੀਆਂ ਇੱਥੇ ਲਾਗੂ ਕਰਨਾ ਚਾਹੁੰਦੇ ਜੀ ਉਹ। ਤਾਂ ਬਿਲਕੁਲ ਹੋਰ ਵੀ ਕਿਸਾਨ ਜਿਹੜੇ ਨੇ ਮੌਜੂਦ ਨੇ, ਗੱਲਬਾਤ ਕਰਾਂਗੇ ਉਹਨਾਂ ਨਾਲ। ਸਰ, ਜਿੱਥੇ ਮੀਟਿੰਗ ਹੋਈ ਹੈ ਨਿਸ਼ਕਰਸ਼ਣ ਕੋਈ ਨਹੀਂ ਨਿਕਲਿਆ, ਲੇਕਿਨ ਉਸਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ, ਕਾਪੀਆਂ ਪਾੜੀਆਂ ਗਈਆਂ, ਕਿਸ ਤਰ੍ਹਾਂ ਦੇਖਦੇ ਉਸ ਨੂੰ? ਦੇਖੋ ਜੀ, ਸਭ ਤੋਂ ਪਹਿਲੋਂ ਤੇ ਇੱਕ ਸਵਾਲ ਪੈਦਾ ਹੁੰਦਾ ਵੀ ਇੱਕ ਬੰਨੇ ਕੇਂਦਰ ਸਰਕਾਰ ਜਿਹੜੀ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦੇ ਰਹੀਆਂ ਨੇ ਵੀ ਸਾਡੇ ਨਾਨਕੇ ਤੇ ਗੱਲਬਾਤ ਕਰੋ ਇਹ ਮਸਲੇ ਦੇ ਉੱਤੇ, ਪਰ ਉੱਥੇ ਸਵਾਲ ਪੈਦਾ ਹੁੰਦਾ ਵੀ ਦੂਜੇ ਬੰਨੇ ਜਿਹੜੇ ਕੇਂਦਰ ਦੇ ਮੰਤਰੀ ਆ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਆਣ ਕੇ ਇਸ ਸੰਬੰਧੀ ਆਪਣੀਆਂ ਮੀਟਿੰਗਾਂ ਕਰਕੇ ਤੇ ਕਿਸਾਨਾਂ ਨੂੰ ਇਕੱਠਿਆਂ ਕਰਕੇ ਤੇ ਇਸ ਆਰਡੀਨੈਂਸਾਂ ਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਦੱਸ ਰਹੇ ਆ। ਇੱਥੋਂ ਸਰਕਾਰ ਦੀ ਜਿਹੜੀ ਆ ਬਦਨੀਤੀ ਜਿਹੜੀ ਆ ਉਹ ਸਾਹਮਣੇ ਆਉਂਦੀ ਆ ਵੀ ਗੱਲਬਾਤ ਕਰਨਾ ਹੀ ਨਹੀਂ ਚਾਹੁੰਦੇ, ਸਿਰਫ ਕਿਸਾਨਾਂ ਨੂੰ ਉਲਝਾਉਣਾ ਚਾਹੁੰਦੇ ਆ ਤੇ ਇਹ ਦੱਸਣਾ ਚਾਹੁੰਦੇ ਵੀ ਅਸੀਂ ਤੁਹਾਨੂੰ ਆਰਡੀਨੈਂਸਾਂ ਬਾਰੇ ਸਮਝਾ ਰਹੇ ਹਾਂ। ਜਿਵੇਂ ਅੰਮ੍ਰਿਤਸਰ ਦੇ ਵਿੱਚ ਹਰਦੀਪ ਸਿੰਘ ਪੁਰੀ ਨੇ ਇੱਕ ਜਿਹੜੀ ਆ ਆਰਡੀਨੈਂਸਾਂ ਨੂੰ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਦੱਸਣ ਦੀ ਪੂਰੀ ਕੋਸ਼ਿਸ਼ ਕੀਤੀ ਆ, ਵੀਡੀਓ ਕਾਨਫਰੰਸ ਕੀਤੀ, ਜੋ ਵੀ ਕੀਤੀ। ਉੱਥੇ ਜਿਹੜੇ ਕਿਸਾਨ ਵੀ ਗਏ ਆ ਤੇ ਉਹਨਾਂ ਦੇ ਜੋ ਜਵਾਬ ਮਿਲੇ ਉੱਥੇ ਹਰਦੀਪ ਸਿੰਘ ਪੁਰੀ ਨੂੰ ਲਾਜਵਾਬ ਹੋਣਾ ਪਿਆ ਵਾ, ਕੋਈ ਜਵਾਬ ਨਹੀਂ ਆਇਆ ਕਿਉਂਕਿ ਉਹ ਆਰਡੀਨੈਂਸ ਹੈ ਹੀ ਜਿਹੜੇ ਆ ਬਿਲਕੁਲੋਂ ਕਿਸਾਨ ਵਿਰੋਧੀ ਨੇ। ਔਰ ਜਿਹੜੀਆਂ ਜਥੇਬੰਦੀਆਂ ਸਾਡੀਆਂ ਕੇਂਦਰ ਦੇ ਵਿੱਚ ਗਈਆਂ ਵਾ ਉੱਥੇ ਸਾਡੀ ਪਹਿਲੋਂ ਮੰਗ ਸੀ ਵੀ ਕੇਂਦਰੀ ਮੰਤਰੀ ਬਵੇ ਜਾਂ ਨਰਿੰਦਰ ਮੋਦੀ ਜੀ ਆ ਬਹਿਣ, ਪਰ ਉੱਥੇ ਤਾਂ ਕੋਸ਼ਿਸ਼ ਨਹੀਂ ਕੀਤੀ। ਇੱਕ ਖੇਤੀਬਾੜੀ ਸਕੱਤਰ ਨੂੰ ਬਿਠਾ ਕੇ ਤੇ ਜਿਹੜੀ ਗੱਲ ਦੀ ਸ਼ੰਕਾ ਸੀ ਉਹੀ ਉਹਨਾਂ ਕੀਤੀ ਵੀ ਆਰਡੀਨੈਂਸਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਆ ਇਹ ਸਮਝਾਉਣ ਦੀ ਕੋਸ਼ਿਸ਼, ਜਿਹਦੇ ਵਿਰੋਧ 'ਚ ਉਹਨਾਂ ਮੀਟਿੰਗ ਦਾ ਜਿਹੜਾ ਵਾ ਉਹ ਬਾਈਕਾਟ ਕਰਕੇ ਤੇ ਉਹ ਜਥੇਬੰਦੀਆਂ ਜਿਹੜੀਆਂ ਵਾ ਸਾਡੀ ਭਰਾਤਰੀ ਜਥੇਬੰਦੀਆਂ ਬਾਹਰ ਆ ਗਈਆਂ ਵਾ। ਇਸ ਕਰਕੇ ਤੁਸੀਂ ਸਮਝਦੇ ਹੋ ਕਿ ਜਿਹੜੇ ਭਾਜਪਾ ਦੇ ਜਿਹੜੇ ਆਗੂ ਸਨ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਜਿਹੜੇ ਕਿ ਸਮਝਾ ਰਹੇ ਸਨ ਵੀਡੀਓ ਕਾਨਫਰੰਸਿੰਗ ਰਾਹੀਂ, ਕਿਤੇ ਨਾ ਕਿਤੇ ਉਹ ਅਸਮਰਥ ਰਹੇ ਨੇ ਸਮਝਾਉਣ ਦੇ ਵਿੱਚ, ਜਾਂ ਫਿਰ
ਅਸਫਲ ਰਹੇ ਨੇ? ਬਿਲਕੁਲ ਉਹ ਸਮਰੱਥ ਤੇ ਅਸਫਲ ਰਹੇ ਆ, ਕਿਉਂਕਿ ਲੋਕ ਜਿਹੜੇ ਆ ਕਿਸਾਨ ਆ ਉਹ ਜਾਗਰਤ 100% ਜ਼ਮੀਨਾਂ ਨੂੰ ਜਿਹੜਾ ਜ਼ਮੀਨਾਂ ਤੋਂ ਕਿਸਾਨ ਨੂੰ ਲਾਂਭੇ ਹੋਣਾ ਪੈਣਾ ਵਾ। ਉਹਦੇ ਵਿੱਚ ਸਿੱਧਾ ਸਾਦਾ ਵਾ ਵੀ ਜੇ ਆਰਡੀਨੈਂਸ ਲਾਗੂ ਹੋ ਜਾਂਦੇ ਤੇ ਸਾਡੀ ਸਰਕਾਰੀ ਖਰੀਦ ਖਤਮ ਹੋ ਜਾਏਗੀ। ਸਰਕਾਰ ਕਹਿੰਦੀ ਆ ਵੀ MSP ਲਾਗੂ ਰਹੂਗੀ, ਅਸੀਂ ਕਹਿੰਦੇ ਲਾਗੂ ਰਹਿ ਸਕਦੀ ਆ, ਵੱਡੀ ਗੱਲ ਨਹੀਂ, ਕਿਉਂਕਿ ਹੁਣ ਵੀ 23 ਫਸਲਾਂ ਦਾ ਭਾਅ ਜਿਹੜੀ ਸਰਕਾਰ ਐਲਾਨਦੀ ਆ। ਤਾਂ ਸਰ ਮੇਰਾ ਆਖਰੀ ਸਵਾਲ ਇਹ ਹੈ ਕਿ ਲਗਾਤਾਰ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਇਹ ਮੀਟਿੰਗ ਕੀਤੀ ਗਈ ਸੀ, ਇਸ ਤੋਂ ਬਾਅਦ ਇੱਕ ਹੋਰ ਜਿਹੜੀ ਮੀਟਿੰਗ ਕਰਨ ਦਾ ਸੱਦਾ ਜਿਹੜਾ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ, ਕਿ ਤੁਹਾਡੇ ਵੱਲੋਂ ਜਾਇਆ ਜਾਏਗਾ ਉਸ ਮੀਟਿੰਗ ਦੇ ਵਿੱਚ? ਕਿਉਂਕਿ ਪਹਿਲੀ ਵਾਰੀ ਤਾਂ ਕੋਝਾ ਮਜ਼ਾਕ ਜਿਹੜਾ ਕੀਤਾ ਗਿਆ ਹੈ, ਜਿਹੜਾ ਕਿ ਸੁਖਬੀਰ ਬਾਦਲ ਜਿਹੜੇ ਨੇ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਕਿਸਾਨਾਂ ਦੇ ਨਾਲ ਕੋਝਾ ਮਜ਼ਾਕ ਕੀਤਾ ਗਿਆ, ਲੇਕਿਨ ਹੁਣ ਇੱਕ ਵਾਰ ਫਿਰ ਤੋਂ ਦੁਬਾਰਾ ਮੀਟਿੰਗ ਕੀਤੀ ਜਾ ਰਹੀ ਹੈ, ਕਿ ਤੁਹਾਡੇ ਵੱਲੋਂ ਜਾਇਆ ਜਾਏਗਾ? ਵੇਖੋ ਜੀ, ਅੱਗੇ 2 ਵਾਰ ਮੀਟਿੰਗ ਤੋਂ ਜਿਹੜਾ ਵਾ ਅਸੀਂ ਇਹਨਾਂ ਦੀ ਗੱਲਬਾਤ ਤੋਂ ਸਾਰਾ ਸਿੱਟਾ ਕੱਢ ਕੇ ਤੇ ਅਸੀਂ ਇਸ 2 ਮੀਟਿੰਗਾਂ ਨੂੰ ਰੱਦ ਕੀਤਾ ਵਾ। ਹੁਣ ਜੇ ਅਗਲੀ ਮੀਟਿੰਗ ਫੇਰ ਕੇਂਦਰ ਸੱਦਣਾ ਚਾਹੁੰਦਾ ਵਾ, ਉਹ ਕਿਹੜੇ ਲਹਿਜੇ ਸੱਦਾ ਵਾ, ਉਹ ਮੀਟਿੰਗ ਦਾ ਜਦੋਂ ਸੱਦਾ ਆਏਗਾ ਉਹਦੇ ਉੱਤੇ ਫਿਰ ਸਾਡੀ ਜਿਹੜੀ ਜਥੇਬੰਦੀ ਆ ਕੋਰ ਕਮੇਟੀ ਬਹਿ ਕੇ ਸਾਡਾ ਉਹ 'ਤੇ ਵਿਚਾਰ ਚਰਚਾ ਕਰਕੇ ਤੇ ਫਿਰ ਉਹਦਾ ਜਿਹੜਾ ਦੱਸਿਆ ਜਾਊਗਾ ਜਿਹੜੇ ਤਰੀਕੇ ਨਾਲ ਸੱਦਾ ਆਉਂਦਾ। ਜੇ ਵਾਕਿਆ ਕੇਂਦਰ ਸਰਕਾਰ ਜਿਹੜੀ ਸੰਸੀਰ ਹੈ, ਕੋਈ ਕੇਂਦਰੀ ਮੰਤਰੀ ਬਹਿੰਦੇ ਆ ਜਾਂ ਮੋਦੀ, ਅਸੀਂ ਤਾਂ ਕਹਿੰਦੇ ਮੋਦੀ ਸਾਹਿਬ ਆਪ ਖੁਦ ਬਹਿਣ ਤੇ ਇਹਨਾਂ ਆਰਡੀਨੈਂਸ ਨੂੰ ਰੱਦ ਕਰਨ ਵਾਸਤੇ ਫੈਸਲਾ ਲੈਣ, ਉਹਨਾਂ ਵੱਲੋਂ ਚਿੱਠੀ ਦੇ ਆਧਾਰ ਤੇ ਜਿਸ ਤਰ੍ਹਾਂ ਆਉਂਦੀ ਆ ਔਰ ਤੇ ਵਿਚਾਰ ਚਰਚਾ ਕਰਕੇ ਤੇ ਫਿਰ ਜਿਹੜਾ ਵਾ ਇਹਦੇ ਵਿੱਚ ਦੱਸਿਆ ਜਾਊਗਾ ਮੀਟਿੰਗ ਦੇ ਵਿੱਚ ਜਾਣਾ ਅਸੀਂ ਕਿ ਨਹੀਂ ਜਾਣਾ। ਜੋ ਵੀ ਹੈਗਾ ਇਹ ਸਾਡੀ ਆਪਣੀ ਜਥੇਬੰਦੀ ਦਾ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਜਾਊਗਾ। ਤਾਂ ਬਿਲਕੁਲ ਇਹ ਸਨ ਕਿਸਾਨ ਵੀਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਪਹਿਲੀ ਵਾਰ ਜਿਹੜੀ ਮੀਟਿੰਗ ਸੱਦੀ ਗਈ ਸੀ ਜਿਸ ਦੇ ਵਿੱਚ ਕੋਈ ਨਿਸ਼ਕਰਸ਼ਨ ਜਿਹੜਾ ਉਹ ਨਹੀਂ ਨਿਕਲਿਆ, ਤਾਂ ਦੂਸਰੀ ਵਾਰੀ ਅਗਰ ਕੇਂਦਰ ਸਰਕਾਰ ਦੇ ਵੱਲੋਂ ਉਹਨਾਂ ਨੂੰ ਬੁਲਾਇਆ ਜਾਏਗਾ ਤੇ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਵੱਲੋਂ ਆਪਸੀ ਮੀਟਿੰਗ ਕੀਤੀ ਜਾਏਗੀ। ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿੱਤਾ ਜਾਏਗਾ ਕਿ ਉਸ ਮੀਟਿੰਗ 'ਚ ਜਾਇਆ ਜਾਏਗਾ ਜਾਂ ਨਹੀਂ। ਵੀਡੀਓ ਜਰਨਲਿਸਟ ਸੁਖਵਿੰਦਰ ਕੋਹਲੀ ਦੇ ਨਾਲ ਵਿਸ਼ਾਲ ਸ਼ਰਮਾ, ਲਾਈਵ ਭਾਰਤ, ਅੰਮ੍ਰਿਤਸਰ।